ਅਸਿਸਟੈਂਟ, ਮਾਸਟਰ ਕੇਡਰ ਜਾਂ ਲੈਕਚਰਰ ਬਣਨ ਦਾ ਟੀਚਾ ਹੈ ਤਾਂ ਭਾਰਤ ਦੇ ਭੂਗੋਲ ਨਾਲ ਜੁੜੇ ਇਹ ਸਵਾਲ ਸਮਝੋ ਕਿ ਪੇਪਰ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹਨ। ਅੱਜ ਆਪਾਂ ਸਿਰਫ ਤੱਥਾਂ ਨੂੰ ਰੱਟਾਂਗੇ ਨਹੀਂ, ਸਗੋਂ ਉਹਨਾਂ ਨੂੰ ਇਸ ਤਰ੍ਹਾਂ ਸਮਝਾਂਗੇ ਕਿ ਪੇਪਰ ਵਿੱਚ ਸਵਾਲ ਜਿਵੇਂ ਮਰਜ਼ੀ ਘੁਮਾ ਕੇ ਆ ਜਾਵੇ, ਜਵਾਬ ਆਪਣਾ ਪੱਕਾ ਹੋਵੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਅੱਜ ਦੇ ਇਸ ਸੈਸ਼ਨ ਵਿੱਚ ਆਪਾਂ 4 ਮੁੱਖ ਵਿਸ਼ਿਆਂ ਤੇ ਧਿਆਨ ਦੇਵਾਂਗੇ। ਪਹਿਲਾ, ਭਾਰਤ ਦਾ ਆਕਾਰ ਤੇ ਖੇਤਰਫਲ। ਫਿਰ ਦੇਖਾਂਗੇ ਕਰਕ ਰੇਖਾ ਦੀ ਕੀ ਮਹੱਤਤਾ ਹੈ। ਉਸ ਤੋਂ ਬਾਅਦ ਭਾਰਤ ਦੇ ਮਿਆਰੀ ਸਮੇਂ ਨੂੰ ਸਮਝਾਂਗੇ ਅਤੇ ਅਖੀਰ ਵਿੱਚ ਦੇਸ਼ ਦੇ ਸਭ ਤੋਂ ਸਿਰੇ ਵਾਲੇ ਬਿੰਦੂਆਂ ਅਤੇ ਆਪਣੀਆਂ ਸਰਹੱਦਾਂ ਬਾਰੇ ਗੱਲ ਕਰਾਂਗੇ। ਇਹ ਚਾਰੇ ਹੀ ਟੌਪਿਕ ਪ੍ਰੀਖਿਆ ਦੇ ਨਜ਼ਰੀਏ ਤੋਂ ਬੇਹੱਦ ਜ਼ਰੂਰੀ ਹਨ। ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਣੇ ਪਹਿਲੇ ਭਾਗ ਦੇ ਨਾਲ, ਭਾਰਤ ਦਾ ਆਕਾਰ ਅਤੇ ਖੇਤਰਫਲ। ਇਹ ਉਹ ਬੁਨਿਆਦੀ ਗੱਲਾਂ ਨੇ ਜਿਹੜੀਆਂ ਵਿਸ਼ਵ ਪੱਧਰ ਤੇ ਭਾਰਤ ਦੀ ਜਗ੍ਹਾ ਤੈਅ ਕਰਦੀਆਂ ਨੇ ਅਤੇ ਹਰ ਪੇਪਰ ਦੀ ਨੀਂਹ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲਾ ਅਤੇ ਸਭ ਤੋਂ ਆਮ ਸਵਾਲ ਜੋ ਭੂਗੋਲ ਵਿੱਚ ਬਣਦਾ ਹੈ, ਜੇ ਆਪਾਂ ਏਰੀਆ ਯਾਨੀ ਖੇਤਰਫਲ ਦੀ ਗੱਲ ਕਰੀਏ ਤਾਂ ਦੁਨੀਆ ਵਿੱਚ ਭਾਰਤ ਦਾ ਕੀ ਦਰਜਾ ਹੈ? ਬਿਲਕੁਲ, ਇਸ ਦਾ ਜਵਾਬ ਹੈ 7ਵਾਂ। ਇਸ ਅੰਕੜੇ ਨੂੰ ਆਪਣੇ ਦਿਮਾਗ ਵਿੱਚ ਚੰਗੀ ਤਰ੍ਹਾਂ ਬਿਠਾ ਲਓ। ਖੇਤਰਫਲ ਦੇ ਮਾਮਲੇ ਵਿੱਚ ਆਪਣਾ ਦੇਸ਼ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਦੇਸ਼ ਹੈ। ਹੁਣ ਇਹ ਜਿਹੜੇ ਅੰਕੜੇ ਸਕਰੀਨ ਤੇ ਨੇ, ਇਹ ਸਿਰਫ ਨੰਬਰ ਨਹੀਂ, ਇਹਨਾਂ 'ਚੋਂ ਸਵਾਲ ਬਣਦੇ ਨੇ। ਧਿਆਨ ਨਾਲ ਦੇਖੋ, ਭਾਰਤ ਕੋਲ ਦੁਨੀਆ ਦੀ ਸਿਰਫ 2.4% ਜ਼ਮੀਨ ਹੈ, ਪਰ ਇਸ ਥੋੜੀ ਜਿਹੀ ਜ਼ਮੀਨ ਤੇ ਦੁਨੀਆ ਦੀ ਲਗਭਗ 17% ਆਬਾਦੀ ਰਹਿੰਦੀ ਹੈ। ਦੇਖੋ ਕਿੰਨਾ ਵੱਡਾ ਫਰਕ ਹੈ। ਕੁੱਲ ਖੇਤਰਫਲ 32,87,000 ਵਰਗ ਕਿਲੋਮੀਟਰ ਦੇ ਕਰੀਬ, ਯਾਨੀ 3.28 ਮਿਲੀਅਨ ਵਰਗ ਕਿਲੋਮੀਟਰ, ਅਤੇ ਸਾਡੀ ਜ਼ਮੀਨੀ ਸਰਹੱਦ 15,200 ਕਿਲੋਮੀਟਰ ਹੈ। ਇਹ ਸਾਰੇ ਅੰਕੜੇ ਸਿੱਧੇ-ਸਿੱਧੇ ਪੁੱਛੇ ਜਾਂਦੇ ਨੇ। ਠੀਕ ਹੈ, ਆਕਾਰ ਤੇ ਖੇਤਰਫਲ ਦੀ ਗੱਲ ਹੋ ਗਈ। ਹੁਣ ਅੱਗੇ ਵਧਦੇ ਹਾਂ ਇੱਕ ਬਹੁਤ ਹੀ ਖਾਸ ਰੇਖਾ ਵੱਲ, ਜਿਸ ਨੂੰ ਆਪਾਂ ਕਰਕ ਰੇਖਾ ਕਹਿੰਦੇ ਹਾਂ। ਇਹ ਸਿਰਫ ਨਕਸ਼ੇ ਤੇ ਇੱਕ ਲਾਈਨ ਨਹੀਂ, ਬਲਕਿ ਇਹ ਭਾਰਤ ਦੇ ਮੌਸਮ ਅਤੇ ਭੂਗੋਲ ਨੂੰ 2 ਹਿੱਸਿਆਂ ਵਿੱਚ ਵੰਡਣ ਵਾਲੀ ਇੱਕ ਬਹੁਤ ਹੀ ਮਹੱਤਵਪੂਰਨ ਧੁਰੀ ਹੈ। ਆਓ ਦੇਖਦੇ ਹਾਂ ਕਿਵੇਂ। ਤਾਂ ਸਵਾਲ ਇਹੀ ਬਣਦਾ ਹੈ ਕਿ ਇਹ ਕਰਕ ਰੇਖਾ, ਜਿਹੜੀ ਕਿ 23.5 ਡਿਗਰੀ ਉੱਤਰੀ ਅਕਸ਼ਾਂਸ਼ ਤੇ ਹੈ, ਭਾਰਤ ਦੇ ਕੁੱਲ ਕਿੰਨੇ ਰਾਜਾਂ ਦੇ ਵਿੱਚੋਂ ਦੀ ਹੋ ਕੇ ਲੰਘਦੀ ਹੈ? ਸਹੀ ਜਵਾਬ ਹੈ 8। ਇਹ ਗਿਣਤੀ ਬਿਲਕੁਲ ਪੱਕੀ ਯਾਦ ਰੱਖਣੀ ਹੈ। ਕਰਕ ਰੇਖਾ ਭਾਰਤ ਦੇ 8 ਰਾਜਾਂ ਨੂੰ ਪਾਰ ਕਰਦੀ ਹੈ। ਆਓ ਹੁਣ ਇਹਨਾਂ 8 ਰਾਜਾਂ ਦੇ ਨਾਮ ਦੇਖੀਏ, ਉਹ ਵੀ ਇੱਕ ਤਰਤੀਬ ਵਿੱਚ, ਪੱਛਮ ਤੋਂ ਪੂਰਬ ਵੱਲ। ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਮਿਜ਼ੋਰਮ। ਇਹਨਾਂ ਨੂੰ ਇਸੇ ਕ੍ਰਮ ਵਿੱਚ ਯਾਦ ਕਰਨ ਲਈ ਕੋਈ ਵਧੀਆ ਜਿਹਾ ਤਰੀਕਾ ਜਾਂ ਸ਼ਾਰਟਕਟ ਬਣਾ ਲੈਣਾ ਚਾਹੀਦਾ ਹੈ। ਬਹੁਤ ਕੰਮ ਆਵੇਗਾ। ਅੱਛਾ, ਜੇਕਰ ਇਹ 8 ਰਾਜ ਯਾਦ ਹੋ ਗਏ ਨੇ, ਤਾਂ ਫਿਰ ਇਸ ਸਵਾਲ ਤੇ ਥੋੜਾ ਗੌਰ ਕਰਦੇ ਹਾਂ। ਇਹਨਾਂ ਚਾਰਾਂ ਵਿੱਚੋਂ ਝਾਰਖੰਡ, ਮਨੀਪੁਰ, ਮਿਜ਼ੋਰਮ ਜਾਂ ਤ੍ਰਿਪੁਰਾ ਕਿਹੜਾ ਰਾਜ ਹੈ ਜਿਹੜਾ ਕਰਕ ਰੇਖਾ ਦੇ ਉੱਤਰ ਵਿੱਚ ਪੈਂਦਾ ਹੈ? ਬਿਲਕੁਲ ਸਹੀ ਜਵਾਬ ਹੈ ਮਨੀਪੁਰ। ਕਿਉਂ? ਕਿਉਂਕਿ ਆਪਾਂ ਹੁਣੇ ਦੇਖਿਆ ਕਿ ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚੋਂ ਤਾਂ ਇਹ ਰੇਖਾ ਲੰਘਦੀ ਹੈ, ਜਦਕਿ ਮਨੀਪੁਰ ਦੀ ਸਥਿਤੀ ਇਹਨਾਂ ਦੇ ਥੋੜਾ ਉੱਪਰ ਯਾਨੀ ਉੱਤਰ ਵੱਲ ਹੈ। ਪੇਪਰ ਵਿੱਚ ਅਜਿਹੇ ਨਕਸ਼ੇ ਆਧਾਰਿਤ ਸਵਾਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਹੁਣ ਗੱਲ ਕਰਦੇ ਹਾਂ ਸਮੇਂ ਦੀ। ਭਾਰਤ ਦਾ ਮਿਆਰੀ ਸਮਾਂ ਯਾਨੀ ਇੰਡੀਅਨ ਸਟੈਂਡਰਡ ਟਾਈਮ ਜਾਂ IST, ਇਹ ਥੋੜਾ ਤਕਨੀਕੀ ਵਿਸ਼ਾ ਹੈ, ਪਰ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੇ ਸਵਾਲ ਪੱਕਾ ਬਣਦਾ ਹੈ। ਦੇਖੋ, ਪੂਰੇ ਦੇਸ਼ ਵਿੱਚ ਘੜੀਆਂ ਦਾ ਸਮਾਂ ਇੱਕੋ ਜਿਹਾ ਰੱਖਣ ਲਈ ਇੱਕ ਸਟੈਂਡਰਡ ਬਣਾਇਆ ਗਿਆ ਹੈ ਤੇ ਇਹ ਸਟੈਂਡਰਡ 82.5 ਡਿਗਰੀ ਪੂਰਵੀ ਦੇਸ਼ਾਂਤਰ ਰੇਖਾ ਦੇ ਆਧਾਰ ਤੇ ਤੈਅ ਹੁੰਦਾ ਹੈ। ਇਹ ਨੰਬਰ 82 ਡਿਗਰੀ 30 ਮਿੰਟ ਪੂਰਬ, ਇਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ। ਹੁਣ ਜੇ ਇਸ ਦੀ ਤੁਲਨਾ ਦੁਨੀਆ ਦੇ ਸਟੈਂਡਰਡ ਟਾਈਮ ਨਾਲ ਕਰੀਏ, ਜਿਸ ਨੂੰ ਗ੍ਰੀਨਵਿਚ ਮੀਨ ਟਾਈਮ ਯਾਨੀ GMT ਕਿਹਾ ਜਾਂਦਾ ਹੈ, ਜੋ ਕਿ 0 ਡਿਗਰੀ ਦੇਸ਼ਾਂਤਰ ਤੇ ਹੈ, ਤਾਂ ਆਪਣਾ ਭਾਰਤੀ ਸਮਾਂ ਉਸ ਤੋਂ 5.5 ਘੰਟੇ ਅੱਗੇ ਹੈ। ਮਤਲਬ ਜਦੋਂ ਲੰਡਨ ਵਿੱਚ ਦੁਪਹਿਰ ਦੇ 12 ਵਜਦੇ ਨੇ, ਤਾਂ ਭਾਰਤ ਵਿੱਚ ਸ਼ਾਮ ਦੇ 5:30 ਵੱਜ ਚੁੱਕੇ ਹੁੰਦੇ ਹਨ। ਪਰ ਇੱਕ ਹੋਰ ਸਵਾਲ ਬਣਦਾ ਹੈ, ਇਹ ਜਿਹੜੀ 82 ਡਿਗਰੀ ਵਾਲੀ ਰੇਖਾ ਹੈ, ਜਿਸ ਤੇ ਸਾਡਾ ਸਾਰਾ ਸਮਾਂ ਟਿਕਿਆ ਹੋਇਆ ਹੈ, ਇਹ ਭਾਰਤ ਦੇ ਕਿਸ ਖਾਸ ਸ਼ਹਿਰ ਦੇ ਨੇੜਿਓਂ ਲੰਘਦੀ ਹੈ? ਤਾਂ ਇਸ ਦਾ ਜਵਾਬ ਹੈ ਪ੍ਰਯਾਗਰਾਜ, ਜਿਸ ਦਾ ਪੁਰਾਣਾ ਨਾਮ ਇਲਾਹਾਬਾਦ ਸੀ। ਹੋਰ ਵੀ ਸਹੀ ਜਗ੍ਹਾ ਦੀ ਗੱਲ ਕਰੀਏ ਤਾਂ ਇਹ ਨੈਨੀ ਨਾਮਕ ਸਥਾਨ ਦੇ ਕੋਲੋਂ ਗੁਜ਼ਰਦੀ ਹੈ। ਪੇਪਰ ਵਿੱਚ ਇਹ ਨਾਮ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਚਲੋ ਜੀ, ਹੁਣ ਆਪਾਂ ਪਹੁੰਚ ਗਏ ਹਾਂ ਆਪਣੇ ਆਖਰੀ ਅਤੇ ਬਹੁਤ ਹੀ ਦਿਲਚਸਪ ਭਾਗ ਤੇ, ਭਾਰਤ ਦੇ ਸਿਰੇ ਦੇ ਬਿੰਦੂ ਅਤੇ ਸਾਡੇ ਗੁਆਂਢੀ ਦੇਸ਼। ਇੱਥੇ ਆਪਾਂ ਭਾਰਤ ਦੀਆਂ ਭੂਗੋਲਿਕ ਤੇ ਰਾਜਨੀਤਿਕ ਹੱਦਾਂ ਨੂੰ ਸਮਝਾਂਗੇ।
ਇੱਕ ਕਲਾਸਿਕ ਭੂਗੋਲ ਦਾ ਸਵਾਲ ਜੋ ਹਮੇਸ਼ਾ ਪੁੱਛਿਆ ਜਾਂਦਾ ਹੈ, ਭਾਰਤ ਦਾ ਬਿਲਕੁਲ ਦੱਖਣੀ ਨੁਕਤਾ ਯਾਨੀ ਸਦਰਨਮੋਸਟ ਪੁਆਇੰਟ ਕਿਹੜਾ ਹੈ? ਇੱਥੇ ਅਕਸਰ ਗਲਤੀ ਹੁੰਦੀ ਹੈ। ਕਈ ਲੋਕ ਕੰਨਿਆਕੁਮਾਰੀ ਸੋਚਦੇ ਨੇ, ਪਰ ਧਿਆਨ ਰੱਖਣਾ, ਕੰਨਿਆਕੁਮਾਰੀ ਭਾਰਤ ਦੀ ਮੁੱਖ ਜ਼ਮੀਨ ਦਾ ਆਖਰੀ ਸਿਰਾ ਹੈ। ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ, ਜਿਸ ਵਿੱਚ ਅੰਡੇਮਾਨ ਤੇ ਨਿਕੋਬਾਰ ਦੇ ਟਾਪੂ ਵੀ ਸ਼ਾਮਿਲ ਹਨ, ਤਾਂ ਸਹੀ ਜਵਾਬ ਹੈ ਇੰਦਰਾ ਪੁਆਇੰਟ, ਜੋ ਗ੍ਰੇਟ ਨਿਕੋਬਾਰ ਵਿੱਚ ਹੈ। ਹੁਣ ਗੱਲ ਕਰਦੇ ਹਾਂ ਸਰਹੱਦਾਂ ਦੀ। ਸੋਚਣ ਵਾਲੀ ਗੱਲ ਹੈ ਕਿ ਭਾਰਤ ਦੀ ਸਭ ਤੋਂ ਲੰਬੀ ਜ਼ਮੀਨੀ ਸਰਹੱਦ ਕਿਸ ਦੇਸ਼ ਨਾਲ ਲੱਗਦੀ ਹੈ? ਹੋ ਸਕਦਾ ਹੈ ਦਿਮਾਗ ਵਿੱਚ ਚੀਨ ਜਾਂ ਪਾਕਿਸਤਾਨ ਆ ਰਿਹਾ ਹੋਵੇ, ਪਰ ਸਹੀ ਜਵਾਬ ਹੈ ਬੰਗਲਾਦੇਸ਼। ਜੀ ਹਾਂ, ਭਾਰਤ ਦੀ ਸਭ ਤੋਂ ਲੰਬੀ ਸਰਹੱਦ ਬੰਗਲਾਦੇਸ਼ ਨਾਲ ਹੈ। ਇਸ ਤੱਥ ਨੂੰ ਯਾਦ ਰੱਖਣਾ ਹੈ। ਇਸ ਸਾਰਣੀ ਤੇ ਖਾਸ ਧਿਆਨ ਦੇਣਾ ਹੈ। ਇਹ ਪੇਪਰ ਵਿੱਚ ਮਿਲਾਨ ਕਰੋ ਵਾਲੇ ਸਵਾਲਾਂ ਲਈ ਬਹੁਤ ਮਹੱਤਵਪੂਰਨ ਹੈ। ਪਾਕਿਸਤਾਨ ਨਾਲ ਰੈੱਡ ਕਲਿਫ ਲਾਈਨ, ਅਫਗਾਨਿਸਤਾਨ ਨਾਲ ਡੂਰੰਡ ਲਾਈਨ ਅਤੇ ਚੀਨ ਨਾਲ ਮੈਕਮੋਹਨ ਲਾਈਨ। ਇਹ ਤਿੰਨੇ ਨਾਮ ਬਿਲਕੁਲ ਪੱਕੇ ਕਰ ਲੈਣੇ ਚਾਹੀਦੇ ਹਨ। ਤੇ ਅਖੀਰ ਵਿੱਚ ਇੱਕ ਵਿਚਾਰ ਕਰਨ ਲਈ ਸਵਾਲ। ਆਪਾਂ ਜਿੰਨੀਆਂ ਵੀ ਭੂਗੋਲਿਕ ਰੇਖਾਵਾਂ ਦੀ ਗੱਲ ਕੀਤੀ, ਭਾਵੇਂ ਉਹ ਕਰਕ ਰੇਖਾ ਹੋਵੇ ਜਾਂ ਸਰਹੱਦ ਦੀ ਰੈੱਡ ਕਲਿਫ ਲਾਈਨ, ਕੀ ਇਹ ਸਿਰਫ ਨਕਸ਼ਿਆਂ ਤੇ ਖਿੱਚੀਆਂ ਲਕੀਰਾਂ ਹੀ ਹਨ, ਜਾਂ ਫਿਰ ਇਹ ਇਸ ਉਪ ਮਹਾਦੀਪ ਦੇ ਮੌਸਮ, ਸੱਭਿਆਚਾਰ ਅਤੇ ਇੱਥੋਂ ਤੱਕ ਕਿ ਕਿਸਮਤ ਨੂੰ ਵੀ ਤੈਅ ਕਰਦੀਆਂ ਹਨ? ਚੈਨਲ ਸਬਸਕ੍ਰਾਈਬ ਕਰੋ ਅੱਗੇ ਮਾਸਟਰ ਕੇਡਰ ਅਤੇ ਲੈਕਚਰਾਰ ਲਈ। ਯਾਦ ਰੱਖੋ, ਤੁਹਾਡੀ ਮਿਹਨਤ ਹੀ ਤੁਹਾਡੀ ਸਫਲਤਾ ਦੀ ਕੁੰਜੀ ਹੈ। ਲਗਾਤਾਰ ਪੜ੍ਹਦੇ ਰਹੋ ਅਤੇ ਆਪਣੇ ਟੀਚੇ ਵੱਲ ਵਧਦੇ ਰਹੋ।